तकरीबन हो गए जी मैनू ये जानवर वाले करते बिजनेस 6-7 साल हो गए कि इन्हों के ना तो कोई डी ड्यूटी आ ना कोई मुलाजमा की टेंशन आ। सही है। तो शहर च असीं मतलब इस बेस ते रख लिया। जो असीं ये लैके आए हैं ना जी उदों असीं इन्हों 5 ਤੋਂ 7 दिन सैलेज पाया ही नहीं जी, सिर्फ हरा पाया। बाकी 6 महीने असीं 3 महीने वाले फलाक पाई दे जी, कट्टिया का पा लिया, ठीक है, कोई वछिया का पा लिया। सिर्फ जो लोग नहीं करते तो इशू ये आ कि इन्हां ते इन्वेस्टमेंट ज़्यादा वा। सही है। इन्वेस्टमेंट ज़्यादा मतलब ये आ कि इन्हों तुसीं 6 महीने रख के इन्हों खवाना ही आ, 6 महीनों बाद तुहानूं पता लगना तुसीं इन्हां 'चों की बचाया। कल्ले सैलेज ते भी सानूं माशाअल्लाह जी 800 ग्राम 900 ग्राम लाइफ ग्रोथ मिलती सी। इन्हां दे मीट का असीं जिहड़ा तजर्बा कड्ढिआ जाने जिहड़ा चोलस्तानी वच्छा ना वो वजन ज़्यादा ग्रोथ करता। जानवर मेरे जो लोड होके आउंदे असीं बाहर ही इन्हां नूं वैक्सीनेशन करी दी है जी, ठीक है, बाहर ही इन्हां नूं डिवर्मिंग करी दी है जी। अस्सलाम वालेकुम। वालेकुम अस्सलाम जी, की हाल चाल है जी? ठीक ठाक हो? ठीक ठाक जी, अल्लाह दा करम जी। अच्छा जी, पहले अपना तारफ करवाओ। उस्मान जवेद गिल नाम है जी मेरा, चीचा वतनी दा रिहायशी है जी, गिल टाउन दा जी। ਗਿੱਲ ਟਾਊਨ ਚੀਚਾ ਵਤਨੀ ਸ਼ਹਿਰ ਦੇ ਵਿੱਚ। हाँ जी, शहर दे विच जी। ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਜੜਨੇ ਇਹ ਬੱਚੇ ਕੱਟੇ ਜੜਨਾ? ये तकरीबन हो गए जी मैनू ये जानवर वाले करते बिजनेस 6-7 साल हो गए। 6-7 साल ਹੋ ਗਏ ਜੀ पहले ਮਾਸ਼ਾਅੱਲਾ। मतलब मैं मज्झां रखियां सी, मज्झां तो सही। बाद कट्टे रखे, ਸਹੀ ਹੈ। फिर हुण बच्चिਆਂ ਦਾ तजर्बा कर। ਤੁਸੀਂ ਦੁੱਧ ਵਾਲੇ ਜਾਨਵਰ ਛੱਡ ਕੇ ਤੇ ਇਸ ਸਾਈਡ ਤੇ ਆਏ, हाँ जी, ਕੀ ਜੜਨਾ ਤੁਸੀਂ ਫਰਕ ਮਹਿਸੂਸ ਕੀਤਾ ਇਹਦੇ? फर्क इहदे च महसूस किया जी कि दुध वाले जानवर ते ड्यूटी बड़ी जी, मुलाजमा की बड़ी टेंशन आ। ਇਹ ਤਾਂ ਹੈ ਜੀ। ठीक हो गया जी। जी जी बिल्कुल इहदे च ये आ कि इन्हां ते ना तो कोई डी ड्यूटी आ ना कोई मुलाजमा की टेंशन आ। सही है। ते शहर च असीं मतलब इस बेस ते रख लिया कि असीं सैलेज इन्हां दा इकट्ठा ही तैयार कर लिया। सही है। तो 4 किलियां दा सैलेज असीं अपना तैयार कीता वा। ठीक है। ਉਹ ਸੈਲੇਜ ਜਦੋਂ ਸਾਡਾ ਤਿਆਰ ਹੋਇਆ ਉਸ ਤੋਂ ਬਾਅਦ ਅਸੀਂ ਜਾਨਵਰਾਂ ਦੀ ਖਰੀਦ ਸ਼ੁਰੂ ਕੀਤੀ। ਅੱਛਾ ਉਸਮਾਨ ਭਾਈ ਸਾਨੂੰ ਤੁਸੀਂ ਇਹ ਦੱਸੋ ਕਿ ਆਪਣੇ ਇਸ ਫਾਰਮ ਦਾ ਜਿਹੜਾ ਨਾ ਕਿੰਨਾ ਕੁ ਏਰੀਆ ਹੈ, ਜਗ੍ਹਾ ਕਿੰਨੀ ਕੁ ਟੋਟਲ? ਟੋਟਲ ਜਗ੍ਹਾ ਜੀ 28 ਮਰਲੇ ਆ ਜੀ। 28 ਮਰਲੇ ਆ ਤੇ ਜਿਹਦੇ 'ਚ ਸ਼ੈੱਡ ਬਣਿਆ ਹੋਇਆ ਇਹਨਾਂ ਦਾ ਬੱਚਿਆਂ ਦਾ? ਇਹ ਤਕਰੀਬਨ ਹੈਗੇ ਆ ਜੀ ਕੋਈ ਕਹਿ ਲਓ ਕਿ 15 ਕੁ ਮਰਲੇ ਜੀ। 15 ਮਰਲੇ ਹੈਗਾ। ਤੇ ਇਹ ਜਿਹੜਾ ਸ਼ੈੱਡ ਬਣਿਆ ਆਪਣਾ ਇਹਦੀ ਕੀ ਲੰਬਾਈ ਚੌੜਾਈ ਹੈ? ਇਹਦੀ 50 ਫੁੱਟ ਲੰਬਾਈ ਆ ਜੀ, 18 ਫੁੱਟ ਚੌੜਾਈ। 18 ਫੁੱਟ ਚੌੜਾਈ, 50 ਇਹ ਫੁੱਟ ਲੰਬਾਈ। ਅਸੀਂ ਬਣਾਇਆ ਵੀ ਇਸ ਬੇਸ ਤੇ ਸੀ ਕਿ ਅਸੀਂ ਇਹਨਾਂ ਜਾਨਵਰਾਂ ਨੂੰ ਖੁੱਲਾ ਛੱਡਾਂਗੇ। ਸਹੀ ਹੈ। ਠੀਕ ਹੈ, ਲੇਕਿਨ ਇਹ ਜਾਨਵਰ ਬਸ ਆਪਸ 'ਚ ਲੜਦੇ ਬਹੁਤ ਆ, ਇਸ ਵਜ੍ਹਾ ਤੋਂ ਅਸੀਂ ਇਹਨਾਂ ਨੂੰ ਹੁਣ ਬੰਨ੍ਹ ਕੇ ਰੱਖਿਆ। ਬੰਨ ਕੇ ਰੱਖੀ ਦਾ। ਅੱਛਾ ਆਪਣੇ ਇੰਨੇ ਕੁ ਜਿਹੜਾ 15 ਕੁ ਮਰਲੇ ਦੇ ਵਿੱਚ ਕਿੰਨੇ ਕੁ ਬੱਚੇ ਅੰਦਾਜ਼ਨ ਰੱਖੇ ਜਾ ਸਕਦੇ ਆ? ਇਹਦੇ ਵਿੱਚ ਜੀ ਕਮ ਸੇ ਕਮ ਤੁਸੀਂ 20 ਤੋਂ 25 ਬੱਚੇ ਰੱਖ ਸਕਦੇ ਹੋ ਕੁਰਬਾਨੀ ਵਾਲੇ। ਕੁਰਬਾਨੀ ਵਾਲੇ? ਹਾਂਜੀ, ਜੇ ਤੁਸੀਂ 3 ਮਹੀਨੇ ਵਾਲੇ ਰੱਖੋ ਉਹ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ। ਜ਼ਿਆਦਾ ਰੱਖ ਸਕਦੇ। ਖੁੱਲੇ ਜਾਨਵਰ ਛੱਡੋ ਤੇ ਜ਼ਿਆਦਾ ਵੀ ਆ ਸਕਦੇ ਆ। ਸਹੀ ਹੈ। ਲੇਕਿਨ ਜੇ ਮਤਲਬ ਬੰਨ ਕੇ ਰੱਖੋ ਤੇ ਫਿਰ 25 ਕੁ ਜਾਨਵਰ ਵੀ 25 ਕੁ ਜਾਨਵਰ ਜੜਨਾ ਇਹਦੇ ਚ ਆ ਸਕਦੇ ਈਜ਼ੀਲੀ ਆ ਸਕਦੇ। ਜਦੋਂ ਤੁਸੀਂ ਇਹਨੂੰ ਬਣਾਇਆ ਸੀਗਾ ਕਿ ਇੰਨੇ ਕੁ ਸ਼ੈੱਡ ਦਾ ਜੜਨਾ ਕਿੰਨਾ ਕੁ ਖਰਚਾ ਹੋ ਗਿਆ? ਮੇਰਾ ਤਕਰੀਬਨ ਜੀ ਮਤਲਬ ਇੱਟ ਮੇਰੀ ਆਪਣੀ ਜ਼ਾਤੀ ਸੀ ਜੀ। ਸਹੀ ਹੈ। ਉਸ ਤੋਂ ਇਲਾਵਾ ਛੱਤ ਦਾ ਮਤਲਬ ਟੋਟਲ ਖਰਚਾ ਮੇਰਾ 4.5 ਲੱਖ ਹੋਇਆ ਸੀ, ਮਜ਼ਦੂਰੀ ਹਰ ਚੀਜ਼ ਦਾ। ਹਰ ਚੀਜ਼ ਮਿਲਾ ਕੇ ਕਿੰਨੇ ਸਾਲ ਪਹਿਲੇ ਬਣਾਇਆ ਸੀ ਇਹ? ਤਕਰੀਬਨ ਹੋ ਗਏ ਜੀ ਇਹਨੂੰ ਕੋਈ 3 ਕੁ ਸਾਲ। 3 ਸਾਲ ਹੋ ਗਏ। ਅਗਰ ਕੋਈ ਦੋਸਤ ਹੁਣ ਬਣਾਵੇ ਤੇ ਇੰਨਾ ਕੁ ਫਾਰਮ 15-20 ਮਰਲੇ ਚ ਕਨਾਲ ਦੇ ਵਿੱਚ ਕਿੰਨਾ ਕੁ ਖਰਚਾ ਹੋ ਜਾਏਗਾ? ਇਸ ਤੋਂ ਹੁਣ ਉਹ ਬਣਾਵੇ ਤੇ ਜੇ ਉਹਨੇ ਮਤਲਬ ਇੱਟ ਵੀ ਬਾਹਰੋਂ ਲੈਣੀ ਹੋਵੇ ਤੇ ਕਹਿ ਲਓ ਕਿ ਤਕਰੀਬਨ 1.25 ਲੱਖ ਦਾ ਫਰਕ ਆਊਗਾ। ਉਸਮਾਨ ਭਾਈ ਇਹ ਦੱਸੋ ਕਿ ਕਿੰਨੇ ਆਪਣੇ ਕੋਲ ਇਸ ਟਾਈਮ ਬੱਚੇ ਹੈਗੇ? ਇਹ ਆਪਣੇ ਕੋਲ 11 ਬੱਚੇ ਖੜੇ ਆ ਜੀ। 11 ਬੱਚੇ ਖੜੇ ਜੀ ਮਾਸ਼ਾਅੱਲਾ। ਇਹ 11 ਬੱਚੇ ਜਿਹੜੇ ਨਾ ਕਿਸ ਮੰਡੀ ਚੋਂ ਖਰੀਦੇ ਸੀ? ਇਹ ਜੀ ਇਹਨਾਂ ਜੋ 2 ਬੱਚੇ ਅਸੀਂ ਲੁੱਡਨ ਤੋਂ ਲਏ ਸੀ, ਲੁੱਡਨ ਮੰਡੀ ਤੋਂ। ਠੀਕ ਹੈ ਜੀ। ਬਕਾਇਆ ਜਿਹੜੇ 9 ਬੱਚੇ ਅਸੀਂ ਮੁਲਤਾਨ ਮੰਡੀ ਤੋਂ ਲੈ ਕੇ ਆਏ ਜੀ। ਜਦੋਂ ਖਰੀਦੇ ਸੀ ਉਦੋਂ ਇਹਨਾਂ ਦਾ ਕੀ weight ਸੀਗਾ? ਇਹਨਾਂ ਦੇ ਉਦੋਂ ਐਵਰੇਜ weight ਆਇਆ ਸੀ ਜੀ ਤਕਰੀਬਨ 3.5 ਮਣ। 3.5 ਮਣ ਮੀਟ ਯਾਨੀ ਗੋਸ਼ਤ ਦਾ। ਗੋਸ਼ਤ ਦਾ। ਠੀਕ ਹੋ ਗਿਆ। ਔਰ ਜਿਹੜੇ ਸੀਗੇ ਲੁੱਡਨ ਮੰਡੀ ਉਹ ਖਰੀਦੇ ਉਹਨਾਂ ਦਾ ਰੇਟ ਕੀ ਸੀ? ਉਹ ਲੁੱਡਨ ਮੰਡੀ ਵਾਲੇ ਸਾਨੂੰ ਮਤਲਬ ਮਿਲੇ ਸੀ 1 ਲੱਖ ਰੁਪਏ 'ਚ ਜੀ। ਠੀਕ ਹੈ। ਪਹੁੰਚ ਮਤਲਬ ਕਿਰਾਇਆ ਪਾ ਕੇ। ਠੀਕ ਹੋ ਗਿਆ। ਜਿਹੜੇ ਮੁਲਤਾਨ ਮੰਡੀ ਵਾਲੇ ਆ ਜੀ ਉਹ ਸਾਨੂੰ ਮਿਲੇ ਸੀ 1,12,000 'ਚ ਪਹੁੰਚ। ਸਹੀ ਹੈ। ਹਾਂਜੀ। ਤੇ ਇਹ ਤੁਹਾਨੂੰ ਪਹੁੰਚ ਇੱਥੇ ਮਿਲੇ ਆ, ਤੁਸੀਂ ਇਹ ਖੁਦ ਖਰੀਦੇ ਆ ਜਾਂ ਕੋਈ ਬੰਦਾ ਭੇਜਿਆ ਸੀ? ਮਤਲਬ ਇਹ ਮੈਂ ਨਾਲ ਗਿਆ ਸੀ, ਨਾਲ ਸਾਡਾ ਵਪਾਰੀ ਗਿਆ ਸੀ ਜੀ, ਸਾਡੇ ਇੱਥੇ ਮਹੱਲੇਦਾਰ ਹੀ ਆ, ਸਿਆਣਾ ਵਾ। ਸਹੀ ਹੈ। ਉਹਨੂੰ ਨਾਲ ਲੈ ਕੇ ਗਿਆ। ਉਸਮਾਨ ਭਾਈ ਸਾਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਲਿਆਂਦੇ ਸੀ ਇਹਨਾਂ ਦਾ weight ਸਾਰਿਆਂ ਦਾ ਐਵਰੇਜ 3 ਮਣ ਹੀ ਸੀਗਾ ਜਾਂ ਕੋਈ ਕਮੀ ਬੇਸ਼ੀ? ਨਹੀਂ, ਇਹਨਾਂ ਦਾ ਐਵਰੇਜ ਤਕਰੀਬਨ 3.25 ਮਣ ਗੋਸ਼ਤ ਦਾ weight ਆਇਆ ਸੀ। ਠੀਕ ਹੈ। ਹਾਂਜੀ। ਮੌਜੂਦਾ ਰੇਟ ਜਿਹੜਾ ਇਹਨਾਂ ਦਾ ਕੀ ਹੈ ਵਜ਼ਨ? ਹੁਣ ਮੌਜੂਦਾ ਇਹਨਾਂ ਦਾ weight ਜੀ 6.5 ਮਣ ਗੋਸ਼ਤ ਦਾ ਵਾ ਜੀ, ਮਤਲਬ 13 ਮਣ ਇਹਨਾਂ ਦਾ ਜ਼ਿੰਦਾ ਦਾ ਵਜ਼ਨ ਹੈ ਜੀ। ਹਰ 15 ਦਿਨ ਬਾਅਦ ਅਸੀਂ ਇਹਨਾਂ ਦਾ weight ਕਰਦੇ ਹਾਂ। ਠੀਕ ਹੋ ਗਿਆ ਮਾਸ਼ਾਅੱਲਾ। ਅੱਛਾ ਜ਼ਰਾ ਹੁਣ ਜਿਹੜਾ ਸਾਨੂੰ ਤੁਸੀਂ ਇਹਦੀ ਜਿਹੜਾ ਨਾ ਫੀਡ ਦੇ ਬਾਰੇ 'ਚ ਦੱਸੋ ਕਿ ਤੁਹਾਡੀ ਜਿਹੜਾ ਨਾ ਫੀਡ ਦੀ ਕੀ ਜਿਹੜਾ ਨਾ ਰੂਟੀਨ ਹੈ ਤੇ ਜਦੋਂ ਤੁਸੀਂ ਲੈ ਕੇ ਆਏ ਸੀਗੇ ਉਦੋਂ ਫੀਡ ਦੀ ਕੀ ਰੂਟੀਨ ਸੀ? ਕਿੰਨਾ ਸੈਲੇਜ ਤੁਸੀਂ ਜਿਹੜਾ ਇਹਨਾਂ ਨੂੰ ਡੇਲੀ ਪਾ ਰਹੇ ਸੀਗੇ? ਜਦੋਂ ਅਸੀਂ ਇਹ ਲੈ ਕੇ ਆਏ ਆ ਨਾ ਜੀ ਉਦੋਂ ਅਸੀਂ ਇਹਨਾਂ ਨੂੰ 5 ਤੋਂ 7 ਦਿਨ ਸੈਲੇਜ ਪਾਇਆ ਹੀ ਨਹੀਂ ਜੀ, ਸਿਰਫ ਹਰਾ ਪਾਇਆ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਅਸੀਂ ਇਹਨਾਂ ਨੂੰ ਸੈਲੇਜ ਤੇ ਲਾਇਆ। ਠੀਕ ਹੈ। ਠੀਕ ਹੈ ਜੀ। ਸੈਲੇਜ ਦੀ ਇਹਨਾਂ ਦੀ ਰੂਟੀਨ ਆਈ ਸੀ ਤਕਰੀਬਨ 20 ਤੋਂ 22 ਕਿਲੋ ਫੀ ਬੱਚੇ ਦੀ। ਸਹੀ ਹੈ। ਮਤਲਬ ਡੇਲੀ ਅਸੀਂ ਮਤਲਬ
ਪਾ ਰਹੇ ਸੀ ਇਹਨਾਂ ਨੂੰ 24 ਘੰਟਿਆਂ 'ਚ। ਠੀਕ ਹੈ। ਫਿਰ ਅੱਗੇ ਇਹਨਾਂ ਦੀ ਜਿਵੇਂ ਜਿਵੇਂ ਮਤਲਬ ਲੱਗਦੇ ਗਏ ਇਹਨਾਂ ਨੂੰ ਅਸੀਂ ਫੀਡ ਸ਼ੁਰੂ ਕੀਤੀ ਆ। ਜਦੋਂ ਫੀਡ ਸ਼ੁਰੂ ਹੋਈ ਆ ਫਿਰ ਇਹਨਾਂ ਦੀ ਸਾਈਲੇਜ ਦੀ ਐਵਰੇਜ ਘਟ ਗਈ। ਸਹੀ ਹੈ। ਫਿਰ ਇਹ 15-16 ਕਿਲੋ ਤੇ ਐਵਰੇਜ ਇਹਨਾਂ ਦੀ ਆ ਗਈ। ਸਹੀ ਹੈ। ਠੀਕ ਹੈ ਜੀ। ਫੀਡ ਅਸੀਂ ਆਪਣੀ ਤਿਆਰ ਕੀਤੀ ਹੈ ਜੀ। ਠੀਕ ਹੈ। ਹਾਂਜੀ, ਹੁਣ ਅਸੀਂ ਇਹਨਾਂ ਨੂੰ ਮਤਲਬ 1 ਕਿਲੋ ਸਵੇਰ 1 ਕਿਲੋ ਸ਼ਾਮ ਨੂੰ ਫੀਡ ਪਾ ਰਹੇ ਹਾਂ ਸਾਈਲੇਜ ਤੇ ਹਰੇ ਪੱਠੇ ਨਾਲ। ਐਵਰੇਜ ਜਿਹੜਾ ਨਾ ਮਸਲਨ ਸਾਈਲੇਜ ਫੀ ਜਾਨਵਰ ਕਿੰਨਾ ਕੁ ਬਣ ਜਾਂਦਾ? ਇਹ ਐਵਰੇਜ ਤਕਰੀਬਨ ਫੀ ਜਾਨਵਰ ਹੁਣ ਜਿਹੜਾ ਵਾ ਨਾ ਜੀ, ਹੁਣ ਤਕਰੀਬਨ 12 ਕਿਲੋ ਅਸੀਂ ਪਾ ਰਹੇ ਹਾਂ ਜੀ ਫੀ ਜਾਨਵਰ ਵਿੱਚ ਤੂੜੀ ਤੇ ਸਬਜ਼ ਮਿਕਸ ਕਰਕੇ। ਸਬਜ਼ ਮਿਕਸ ਕਰਕੇ ਸਾਈਲੇਜ ਦੇ ਨਾਲ। ਸਾਈਲੇਜ ਦੇ ਨਾਲ ਹੁਣ ਇਹ 3 ਸ਼ੈਵਾਂ ਅਸੀਂ ਮਿਕਸ ਕਰਨਾ। ਸਹੀ ਹੈ। ਤੇ ਫੀਡ ਜਿਹੜਾ ਨਾ ਕਿੰਨੀ ਪਾ ਰਹੇ ਹੋ? ਫੀਡ ਫੀ ਜਾਨਵਰ ਦੀ ਕਿਲੋ ਆ ਜੀ ਇੱਕ ਟਾਈਮ ਦੇ। ਇੱਕ ਟਾਈਮ ਦੀ ਤੇ 2 ਟਾਈਮ ਪਾ ਰਹੇ ਹੋ? ਇੱਕ ਟਾਈਮ ਨਹੀਂ 2 ਟਾਈਮ ਜੀ। 2 ਟਾਈਮ ਪਾ ਰਹੇ ਹੋ। ਅੱਛਾ, ਤੁਸੀਂ ਇਹ ਦੱਸੋ ਕਿ ਇਹ ਜਿਹੜੇ ਤੁਸੀਂ ਵੱਛੇ ਰੱਖੇ ਆ, ਹਾਂਜੀ ਹਾਂਜੀ, ਇਹ ਆਮ ਰੂਟੀਨ 'ਚ ਲੋਕ ਜਿਹੜਾ 90 ਦਿਨ ਦੀ ਫਾਰਮਿੰਗ ਕਰਦੇ ਆ, ਕੋਈ 6 ਮਹੀਨੇ ਦੀ ਫਾਰਮਿੰਗ ਹੁੰਦੀ ਆ। ਹਾਂਜੀ, ਤੁਹਾਡੀ ਜਿਹੜਾ ਨੇ ਕੀ ਰੂਟੀਨ ਹੈ? ਇਹ ਸਾਡੀ 6 ਮਹੀਨਿਆਂ ਦੀ ਫਾਰਮਿੰਗ ਆ ਜੀ, ਕੁਰਬਾਨੀ ਲਈ। ਠੀਕ ਹੈ। ਯਾਨੀ ਤੁਸੀਂ ਹਰ ਸਾਲ ਕੁਰਬਾਨੀ ਤੋਂ 6 ਮਹੀਨੇ ਪਹਿਲੇ 6 ਮਹੀਨੇ ਪਹਿਲੇ ਲੈ ਕੇ ਆਉਂਦੇ ਹੋ ਤੇ ਬਾਕੀ 6 ਮਹੀਨੇ ਕੀ ਕਰ ਰਹੇ ਹੋ? ਬਾਕੀ 6 ਮਹੀਨੇ ਅਸੀਂ 3 ਮਹੀਨੇ ਵਾਲੇ ਫਲਾਗ ਪਾਈ ਦੇ ਜੀ, ਕੱਟਿਆਂ ਦਾ ਪਾ ਲਿਆ। ਠੀਕ ਹੈ। ਕੋਈ ਵੱਛਿਆਂ ਦਾ ਪਾ ਲਿਆ। ਠੀਕ ਹੋ ਗਿਆ। ਹਾਂਜੀ, ਉਹ ਬਾਕੀ 6 ਮਹੀਨਿਆਂ 'ਚ ਅਸੀਂ ਉਹ 3-3 ਮਹੀਨਿਆਂ ਦੇ ਫਲਾਗ ਪਾਈ। ਠੀਕ ਹੋ ਗਿਆ। ਯਾਨੀ ਕਿ ਇੱਕ ਜਿਹੜਾ ਕੁਰਬਾਨੀ ਤੋਂ ਪਹਿਲੇ 6 ਮਹੀਨੇ ਦਾ ਫਲਾਗ ਆ, ਉਸ ਤੋਂ ਪਹਿਲੇ ਜਿਹੜਾ 3-3 ਮਹੀਨੇ ਦੇ। 3-3 ਮਹੀਨੇ। ਠੀਕ ਹੋ ਗਿਆ। ਅੱਛਾ, ਤੁਸੀਂ ਜਿਹੜਾ ਇੰਨੇ ਸਾਲ ਕੱਟਿਆਂ ਦਾ ਜਿਹੜਾ ਕੀਤਾ ਹੈ, ਕੀ ਰਿਹਾ ਤੁਹਾਡਾ ਤਜਰਬਾ ਕਿ ਕੈਸੀ ਫਾਰਮਿੰਗ ਹੈ? ਕਿਉਂਕਿ ਲੋਕ ਅੱਜ ਕੱਲ੍ਹ ਜਿਹੜਾ ਡੇਅਰੀ ਫਾਰਮਿੰਗ ਦੀ ਤਰਫ ਬਹੁਤ ਜ਼ਿਆਦਾ ਰੁਝਾਨ ਹੈ ਜੀ ਜੀ, ਔਰ ਖਾਸ ਤੌਰ ਤੇ ਆਪਣੇ ਚੀਚਾ ਵਤਨੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਡੇਅਰੀ ਹੈ ਮਾਸ਼ਾਅੱਲਾ। ਹਾਂਜੀ, ਤੁਸੀਂ ਜਿਹੜਾ ਮਸਲਨ ਡੇਅਰੀ ਛੱਡ ਕੇ ਤੇ ਜਿਹੜਾ ਸਿਰਫ ਬੱਚਿਆਂ ਵੱਲ ਫੈਟਨਿੰਗ ਵੱਲ ਇਹਦਾ ਜੀ ਬਸ ਇੱਕੋ ਹੀ ਮੈਂ ਮਤਲਬ ਦੁੱਧ ਵਾਲਾ ਵੀ ਕੀਤਾ ਵਾ ਕੰਮ ਜੀ ਜੀ। ਉਹ ਉਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਮੁਲਾਜ਼ਮਾਂ ਦੀ ਬੜੀ ਟੈਨਸ਼ਨ, ਡਿਊਟੀ ਬੜੀ, ਖੁਰਾਕ ਦਾ, ਜਾਨਵਰ ਦਾ ਮਤਲਬ ਬਹੁਤ ਮਸਲਾ ਬਣਦਾ। ਮਤਲਬ 3 ਤੋਂ 3.5 ਲੱਖ ਦੀ ਮੱਝ ਲਈ ਦੀ ਆ। ਸਹੀ ਹੈ। ਉਹ ਐਵੇਂ ਸੁਬਾਹ ਠੀਕ ਹੁੰਦੀ ਆ, ਸ਼ਾਮ ਨੂੰ ਜੀ ਸਾੜੂ ਹੋ ਗਿਆ ਜੀ। ਉਹਦੇ ਆਹ ਮਸਲੇ ਮਸਾਇਲ ਬਹੁਤ ਆ ਜੀ। ਸਹੀ ਹੈ। ਇਸ ਵਜ੍ਹਾ ਤੋਂ ਇਹਨਾਂ ਦਾ ਸਿਰਫ ਜੇ ਲੋਕ ਨਹੀਂ ਕਰਦੇ ਤੇ ਇਸ਼ੂ ਇਹ ਆ ਕਿ ਇਹਨਾਂ ਤੇ ਇਨਵੈਸਟਮੈਂਟ ਜ਼ਿਆਦਾ ਵਾ। ਸਹੀ ਹੈ। ਇਨਵੈਸਟਮੈਂਟ ਜ਼ਿਆਦਾ ਮਤਲਬ ਇਹ ਆ ਕਿ ਇਹਨਾਂ ਨੂੰ ਤੁਸੀਂ 6 ਮਹੀਨੇ ਰੱਖ ਕੇ ਇਹਨਾਂ ਨੂੰ ਖਵਾਉਣਾ ਹੀ ਆ। 6 ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗਣਾ ਤੁਸੀਂ ਇਹਨਾਂ 'ਚ ਕੀ ਬਚਾਇਆ ਤੇ ਕੀ ਨੁਕਸਾਨ ਕੀਤਾ। ਸਹੀ ਬਾਤ ਹੈ। ਲੇਕਿਨ ਅਸੀਂ ਕੱਟਿਆਂ ਦਾ ਕੀਤਾ ਵਾ, ਅੱਲਾ ਦੇ ਫਜ਼ਲੋ ਕਰਮ ਨਾਲ ਸਾਨੂੰ ਮਾਸ਼ਾਅੱਲਾ ਬਿਲਕੁਲ ਠੀਕ ਰਿਹਾ ਜੀ। ਸਹੀ ਹੈ। ਇਸ ਤੋਂ ਪਿਛਲਾ ਫਲਾਗ ਤੁਹਾਡਾ ਕੱਟਿਆਂ ਦਾ ਸੀ? ਹਾਂਜੀ, ਕੱਟਿਆਂ। ਤੇ ਕੱਟਿਆਂ ਦੇ ਜਿਹੜਾ ਫਲਾਗ 'ਚ ਕਿੰਨੇ ਤੁਹਾਡੇ ਕੋਲ ਕੱਟੇ ਸੀਗੇ? ਸਾਡੇ ਕੱਟੇ 16 ਸੀ ਜੀ ਸਾਡੇ ਕੋਲ। ਠੀਕ ਹੋ ਗਿਆ। ਹਾਂਜੀ। ਤੇ ਤੁਹਾਡਾ ਉਹ ਜਿਹੜਾ ਪ੍ਰੋਫਿਟ 'ਚ ਰਿਹਾ ਜਾਂ ਨਹੀਂ? ਪ੍ਰੋਫਿਟ 'ਚ ਰਿਹਾ ਜੀ ਮਾਸ਼ਾਅੱਲਾ। ਆਜ਼ਾਦੀ ਇਹ ਹੈ ਕਿ ਜਾਨਵਰ 6-6 ਮਹੀਨਿਆਂ 'ਚ ਜੇ ਮਤਲਬ ਸਾਨੂੰ 50 ਤੋਂ 60 ਹਜ਼ਾਰ ਮਤਲਬ ਬਚਤ ਦਿੰਦੇ ਆ ਫੀ ਜਾਨਵਰ। ਸਹੀ ਹੈ। ਤੇ ਫਿਰ ਇਹ ਬਿਜ਼ਨਸ ਅੱਛਾ। ਸਹੀ ਹੈ। ਅਗਰ ਇਹ ਨਾ ਦੇਵੇ, ਜੇ ਮਤਲਬ ਇਸ ਤੋਂ ਘੱਟ ਦੇਣ ਮਤਲਬ 20,000 25,000 ਫਿਰ ਨਹੀਂ ਕਰਨਾ ਚਾਹੀਦਾ। ਸਹੀ ਹੈ। ਹਾਂਜੀ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਮਸਲਨ 6 ਮਹੀਨੇ 'ਚੋਂ ਹੁਣ ਕਿੰਨੇ ਕੁ ਮਹੀਨੇ ਹੋ ਗਏ ਇਹਨਾਂ ਨੂੰ? ਇਸ ਟਾਈਮ ਕਿੰਨੇ ਮਹੀਨਿਆਂ ਦੇ ਆ ਇਹ? ਇਹਨਾਂ ਨੂੰ ਜੀ ਇਸ ਟਾਈਮ ਇਹ ਹੋ ਗਏ ਆ ਜੀ ਤਕਰੀਬਨ ਕਹਿ ਲਓ ਕਿ 4.25 ਮਹੀਨੇ ਦੇ। 4.25 ਮਹੀਨੇ ਦੇ। ਹਾਂਜੀ। 4.25 ਮਹੀਨੇ ਦੇ ਵਿੱਚ ਤਕਰੀਬਨ ਕਿੰਨਾ ਕੁ ਤੁਹਾਡਾ ਖਰਚਾ ਹੋ ਗਿਆ ਫੀਡ ਦਾ? ਸਾਡਾ ਇਹਨਾਂ ਤੇ ਫੀਡ ਅਸੀਂ ਇਹਨਾਂ ਨੂੰ ਕੀਤੀ ਜੀ ਥੋੜਾ ਲੇਟ ਸ਼ੁਰੂ। ਅੱਛਾ। ਹਾਂਜੀ, ਫੀਡ ਅਸੀਂ ਇਹਨਾਂ ਨੂੰ ਕੀਤੀ ਆ ਤਕਰੀਬਨ 2 ਮਹੀਨੇ ਪਹਿਲੇ ਸ਼ੁਰੂ। ਸਹੀ ਹੈ। ਹਾਂਜੀ, ਪਹਿਲੇ ਇਹਨਾਂ ਨੂੰ ਕੱਲਾ ਸੈਲੇਜ ਹੀ ਅਸੀਂ ਰੱਖਿਆ ਜੀ। ਸਹੀ ਹੈ। ਕੱਲੇ ਸੈਲੇਜ ਤੇ ਵੀ ਸਾਨੂੰ ਮਾਸ਼ਾਅੱਲਾ ਜੀ 800 ਗ੍ਰਾਮ 900 ਗ੍ਰਾਮ ਲਾਈਵ ਗਰੋਥ ਮਿਲਦੀ ਸੀ। ਸਹੀ ਹੈ। ਹਾਂਜੀ, ਠੀਕ ਹੋ ਗਿਆ। ਲੇਕਿਨ ਜਦੋਂ ਤੋਂ ਅਸੀਂ ਹੁਣ ਫੀਡ ਸ਼ੁਰੂ ਕੀਤੀ ਆ, ਹੁਣ ਮਾਸ਼ਾਅੱਲਾ ਸਾਡੇ ਬੱਚੇ ਤਕਰੀਬਨ 1400 ਗ੍ਰਾਮ 1500 ਗ੍ਰਾਮ 1300 ਮੁਖਤਲਿਫ ਮਤਲਬ ਹਰ ਨਸਲ ਦੇ ਬੱਚਾ ਆਪਣੇ ਹਿਸਾਬ ਨਾਲ। ਠੀਕ ਹੋ ਗਿਆ।